ਭੂਰਿਆਂ ਵਾਲੇ ਰਾਜੇ ਕੀਤੇ ਭਾਗ 16 ਕੀ ਬੰਦਾ ਸਿੰਘ ਗੁਰੂ ਬਣ ਬੈਠਾ। ਪੰਜਾਬ ਵਿੱਚ ਅਮਨ ਦਾ 1.25 ਸਾਲ ਅਤੇ ਬੰਦਾ ਸਿੰਘ ਦਾ ਫਿਰ ਮੈਦਾਨ ਵੱਲ ਉਤਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਜੰਮੂ ਦੇ ਪਹਾੜਾਂ ਵਿੱਚ ਭਿੰਬਰ ਤੋਂ 2 ਮੀਲ ਦੱਖਣ ਚੜ੍ਹਦੇ ਵਿੱਚ ਦਰਿਆ ਚਨਾਬ ਦੇ ਖੱਬੇ ਕੰਢੇ ਇੱਕ ਸੁਰੱਖਿਅਤ ਥਾਂ, ਜਿਸ ਨੂੰ ਹੁਣ ਡੇਰਾ ਬਾਬਾ ਬੰਦਾ ਸਿੰਘ ਕਿਹਾ ਜਾਂਦਾ ਹੈ, ਤੇ ਦਿਨ ਗੁਜ਼ਾਰ ਰਿਹਾ। ਕਿਸੇ ਐਸੇ ਢੁਕਵੇਂ ਸਮੇਂ ਦੀ ਤਾੜ ਵਿੱਚ ਸੀ ਕਿ ਇਥੋਂ ਫਿਰ ਉੱਠ ਕੇ ਮੁਗਲ ਰਾਜ ਨੂੰ ਭਰਵੀਂ ਸੱਟ ਮਾਰ ਕੇ ਖੇਰੂ ਖੇਰੂ ਕਰ ਦਿੱਤਾ ਜਾਵੇ ਤੇ ਮੁੜ ਖਾਲਸੀ ਨਿਸ਼ਾਨ ਥੱਲੇ ਆਜ਼ਾਦ ਹਕੂਮਤ ਕਾਇਮ ਕੀਤੀ ਜਾਵੇ। ਇਸ ਥਾਂ ਉਹ ਅਕਤੂਬਰ 1713 ਈਸਵੀ ਤੋਂ ਫਰਵਰੀ 1715 ਤੱਕ ਰਿਹਾ। ਇਸ ਸਮੇਂ ਵਿੱਚ ਉਸ ਨੇ ਕੀ ਕੁਝ ਕੀਤਾ, ਇਸ ਬਾਰੇ ਇਤਿਹਾਸ ਬਿਲਕੁਲ ਖਾਮੋਸ਼ ਹੈ। ਗਿਆਨੀ ਗਿਆਨ ਸਿੰਘ ਜੀ ਕਰਤਾ ਤਵਾਰੀ ਗੁਰੂ ਖਾਲਸਾ ਅਤੇ ਪੰਥ ਖਾਲਸਾ ਦੇ ਇਸ ਇਲਜ਼ਾਮ ਦੀ ਕਿ ਬੰਦਾ ਸਿੰਘ ਇਸ ਸਮੇਂ ਗੁਰੂ ਬਣ ਬੈਠਾ ਤੇ ਆਪਣੀ ਪੂਜਾ ਕਰਾਉਣ ਲੱਗ ਪਿਆ ਸੀ, ਸਮਕਾਲੀ ਇਤਿਹਾਸਕਾਰਾਂ ਦੀਆਂ ਲਿਖਤਾਂ ਚੋਂ ਪੁਸ਼ਟੀ ਨਹੀਂ ਹੁੰਦੀ। ਸਰਕਾਰੀ ਤੇ ਗੈਰ ਸਰਕਾਰੀ ਰੋਜ਼ਨਾਮਚੇ ਵੀ ਬਿਲਕੁਲ ਖਾਮੋਸ਼ ਹਨ। ਉਹ ਅੰਮ੍ਰਿਤਸਰ ਆ ਕੇ ਗੁਰੂ ਬਣ ਗੱਦੀ ਲਾ ਕੇ ਬੈਠਾ ਹੋਵੇ, ਇਸ ਦਾ ਕਿਧਰੇ ਜ਼ਿਕਰ ਨਹੀਂ ਲੱਭਦਾ। ਮਾਤਾ ਸੁੰਦਰ ਕੌਰ ਜੀ, ਮਾਤਾ ਸੁੰਦਰੀ ਜੀ, ਦਸ਼ਮੇਸ਼ ਪਿਤਾ ਜੀ ਦੇ ਮਹਿਲ ਤੇ ਫਰਕਸ਼ੀਅਰ ਵਿਚਕਾਰ ਕੋਈ ਬਾਤਚੀਤ ਚੱਲੀ ਹੋਵੇ ਤੇ ਉਹਨਾਂ ਬੰਦਾ ਸਿੰਘ ਵਿਰੁੱਧ ਕੋਈ ਫਤਵਾ ਦਿੱਤਾ ਹੋਵੇ, ਜਾਂ ਬੰਦਾ ਸਿੰਘ ਤੇ ਖਾਲਸਾ ਜੀ ਦਰਮਿਆਨ ਕੋਈ ਟੱਕਰ ਹੋਈ ਹੋਵੇ, ਫਤਿਹ ਦਰਸ਼ਨ ਦਾ ਨਾਰਾ ਤੇ ਖਾਲਸੇ ਦਾ ਉਸ ਨੂੰ ਨਾਮਨਜ਼ੂਰ ਕਰਨਾ, ਮਾਸਾਹਾਰੀ ਤੇ ਸ਼ਾਕਾਹਾਰੀ ਸਿੰਘਾਂ ਦਾ ਕੋਈ ਵਿਵਾਦ ਜਾਂ ਕਸ਼ਹਿਰੇ ਦੀ ਲੰਬਾਈ ਤੇ ਝਗੜਾ ਹੋਇਆ ਹੋਵੇ, ਇਹਨਾਂ ਗੱਲਾਂ ਦਾ ਕੋਈ ਸਬੂਤ ਨਹੀਂ। ਇਹ ਸਭ ਸਿਰਿਓਂ ਹੀ ਨਿਰਮੂਲ ਹਨ। ਅੱਜ ਵੀ ਸਿੱਖਾਂ ਦਾ ਬਹੁਤ ਵੱਡਾ ਹਿੱਸਾ ਮਾਸ ਨਹੀਂ ਖਾਂਦਾ। ਖਾਣ ਵਾਲਿਆਂ ਨਾਲ ਉਹਨਾਂ ਦਾ ਕੋਈ ਝਗੜਾ ਨਹੀਂ। ਮਿਸਾਲ ਵਜੋਂ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਨਾਮਧਾਰੀਏ ਅਤੇ ਹੋਰ ਜੋ ਵਿਵੇਕ ਦੇ ਪਹਿਰੇ ਵਿੱਚ ਵਿਚਰਦੇ ਹਨ, ਉਹਨਾਂ ਦੀ ਮਾਸ ਛਕ ਲੈਣ ਵਾਲਿਆਂ ਨਾਲ ਕੋਈ ਟੱਕਰ ਨਹੀਂ। ਬਾਬਾ ਬੰਦਾ ਸਿੰਘ ਤੇ ਵਿਨੋਦ ਸਿੰਘ ਵਿਚਕਾਰ ਗੁਰਦਾਸ ਨੰਗਲ ਦੇ ਘੇਰੇ ਸਮੇਂ ਯੁੱਧ ਨੀਤੀ ਤੇ ਵੱਖ-ਵੱਖ ਰਾਏ ਹੋ ਗਈ ਸੀ, ਜੋ ਮਾਮੂਲੀ ਤਕਰਾਰ ਦਾ ਰੂਪ ਧਾਰਨ ਕਰ ਗਈ ਤੇ ਇਸ ਤੋਂ ਵੱਧ ਕੁਝ ਵੀ ਨਹੀਂ ਹੋਇਆ। ਵਿਨੋਦ ਸਿੰਘ ਨੂੰ ਖੁੱਲ੍ਹ ਦੇ ਦਿੱਤੀ ਗਈ ਕਿ ਉਹ ਬੇਸ਼ੱਕ ਕਿਲਾ ਛੱਡ ਜਾਵੇ, ਜੋ ਉਹ ਛੱਡ ਗਿਆ। ਹੋਰ ਕੋਈ ਸਿੰਘ ਉਸ ਨਾਲ ਨਹੀਂ ਗਿਆ। ਉਸ ਦਾ ਆਪਣਾ ਲੜਕਾ ਕਾਨ ਸਿੰਘ ਵੀ ਉਸ ਨਾਲ ਨਹੀਂ ਗਿਆ। ਗ੍ਰਿਫਤਾਰ ਹੋ ਕੇ ਦਿੱਲੀ ਜਾਣ ਵਾਲਿਆਂ ਵਿੱਚ ਉਹ ਵੀ ਸੀ। ਜਾਪਦਾ ਕਿ ਬੰਦਾ ਸਿੰਘ ਦੀ ਸ਼ਹਾਦਤ ਪਿੱਛੋਂ ਕਿਸੇ ਬੇਸਮਝ ਤੇ ਆਪ ਹੁਦਰੇ ਬੰਦੇ ਨੇ ਇਹ ਗੱਪਾਂ ਦਾ ਪ੍ਰਵਾਹ ਚਲਾਇਆ ਹੈ, ਜੋ ਗਿਆਨੀ ਗਿਆਨ ਸਿੰਘ ਦੀ ਕਲਮ ਤੇ ਆਣ ਟਿਕੀਆਂ ਤੇ ਬੇਵਜ੍ਹਾ ਹੀ ਲਿਸ਼ਕਦੇ ਪੁਸ਼ਕਦੇ ਇਤਿਹਾਸ ਨੂੰ ਗੰਧਲਾ ਕਰ ਗਈਆਂ। ਬੰਦਾ ਸਿੰਘ ਕਦੀ ਵੀ ਪੰਥ ਵਿੱਚੋਂ ਛੇਕਿਆ ਨਹੀਂ ਸੀ ਗਿਆ। ਗਿਆਨੀ ਜੀ ਦੀਆਂ ਲਿਖਤਾਂ ਨੂੰ ਛੱਡ ਕੇ ਅੱਜ ਵੀ ਸਮਕਾਲੀ ਇਤਿਹਾਸ ਤੇ ਇਹਨਾਂ ਸਮਕਾਲੀ ਲਿਖਤਾਂ ਦੇ ਆਧਾਰ ਤੇ ਜੋ ਪਿੱਛੋਂ ਵੀ ਲਿਖਿਆ ਗਿਆ ਹੈ, ਬੰਦਾ ਸਿੰਘ ਤੇ ਲਾਈਆਂ ਗਈਆਂ ਊਜਾਂ ਦੀ ਤਸਦੀਕ ਵਜੋਂ ਕੋਈ ਇੱਕ ਸਤਰ ਵੀ ਪੇਸ਼ ਨਹੀਂ ਕਰ ਸਕਦੇ। ਇਹ ਸਭ ਨਿਰਮੂਲ ਤੇ ਬੇਬੁਨਿਆਦ ਹੈ। ਸਿੱਖ ਇਤਿਹਾਸ ਵਿੱਚ ਝੋਲਾ ਮਾਰਨ ਤੋਂ ਛੁੱਟ ਇਹ ਕੁਝ ਨਹੀਂ। ਪਾਠਕਾਂ ਨੂੰ ਇਸ ਬਾਰੇ ਸਦਾ ਸੁਚੇਤ ਰਹਿਣਾ ਚਾਹੀਦਾ ਹੈ। ਚੜ੍ਹਦੇ ਵੈਸਾਖ ਨਾਲ ਪੰਜਾਬ ਵਿੱਚ ਕਣਕ ਦੀ ਵਾਢੀ ਪੈ ਜਾਂਦੀ ਹੈ। ਮਾਲੂਮ ਹੁੰਦਾ ਕਿ ਵਾਢੀ ਦੇ ਖਿਆਲ ਨਾਲ ਕੁਝ ਸਿੰਘ ਪਹਾੜਾਂ ਤੋਂ ਉਤਰ ਕੇ ਮੈਦਾਨ ਵਿੱਚ ਆਏ ਤਾਂ ਕਿ ਆਪਣੇ ਘਰਦਿਆਂ ਦਾ ਹੱਥ ਵਟਾਉਣ। ਮੁਖਬਰਾਂ ਨੇ ਇਸ ਗੱਲ ਦੀ ਸੂਹ ਸਰਕਾਰ ਨੂੰ ਜਾ ਦਿੱਤੀ। ਸਰਹੰਦ ਫੌਜ ਦੇ ਬਖਸ਼ੀ ਸ਼ਰਫਦੀਨ ਨੇ ਫੌਜੀ ਦਸਤੇ ਲੈ ਕੇ ਕਣਕ ਵੱਢਦਿਆਂ ਸਿੰਘਾਂ ਉੱਤੇ ਜਾ ਧਾਵਾ ਕੀਤਾ। ਖੇਤਾਂ ਵਿੱਚ ਵਾਢੀ ਕਰਦਿਆਂ ਸਿੰਘਾਂ ਪਾਸ ਦਾਤਰੀਆਂ ਤੋਂ ਸਿਵਾ ਹੋਰ ਕੀ ਹੋਣਾ ਸੀ। ਸਿੰਘਾਂ ਨੇ ਦਾਤਰੀਆਂ ਨਾਲ ਹੀ ਮੁਕਾਬਲਾ ਕੀਤਾ ਤੇ ਦਾਤਰੀਆਂ ਨਾਲ ਹੀ ਕਈਆਂ ਸਿਪਾਹੀਆਂ ਦੇ ਢਿੱਡ ਪਾੜ ਸੁੱਟੇ ਤੇ ਕਈਆਂ ਨੂੰ ਘੋੜਿਆਂ ਤੋਂ ਧੂ ਥੱਲੇ ਡੇਗ ਲਿਆ। ਸ਼ਸਤਰ ਖੋਹ ਕੇ ਉਹਨਾਂ ਹੀ ਘੋੜਿਆਂ ਤੇ ਚੜ੍ਹ ਬੈਠੇ। ਸਰਹੰਦੀ ਫੌਜ ਦੇ ਕਈ ਸਵਾਰ ਮਾਰੇ ਗਏ ਤੇ ਬਹੁਤ ਸਾਰੇ ਫੱਟੜ ਹੋਏ। ਦੂਜੇ ਪਾਸੇ ਸਿੰਘ ਵੀ ਘਾਇਲ ਹੋਏ ਤੇ ਮਾਰੇ ਗਏ। ਸਰਹੰਦੀ ਫੌਜ ਨੁਕਸਾਨ ਕਰਾ ਕੇ ਪਿੱਛੇ ਹਟ ਗਈ।
ਦੂਸਰੇ ਦਿਨ ਫੌਜ ਨੇ ਜ਼ਿਆਦਾ ਗਿਣਤੀ ਤੇ ਤਿਆਰੀ ਨਾਲ ਹਮਲਾ ਕੀਤਾ, ਪਰ ਅੱਜ ਸਿੰਘ ਹੱਥੋਂ ਖਾਲੀ ਨਹੀਂ ਸਨ। ਕਣਕ ਦਿਆਂ ਪੱਕਿਆਂ ਖੇਤਾਂ ਵਿੱਚ ਗਹਿ ਗੱਚ ਮੁਕਾਬਲਾ ਹੋਇਆ। ਸਰਹੰਦੀਆਂ ਦੇ ਕੁਝ ਸਵਾਰ ਤੇ 18 ਘੋੜੇ ਮਾਰੇ ਗਏ। ਬਹਾਦਰ ਨਾਮੀ ਇੱਕ ਜਮਾਦਾਰ ਅਤੇ 22 ਸਿਪਾਹੀ ਜ਼ਖਮੀ ਹੋਏ। ਇਸ ਦੀ ਖਬਰ 17 ਅਪ੍ਰੈਲ ਨੂੰ ਫਰਖਸ਼ੀਅਰ ਪਾਸ ਦਿੱਲੀ ਪੁੱਜੀ। ਸਰਹੰਦ ਦੇ ਫੌਜਦਾਰ ਜ਼ੈਨਦੀਨ ਅਹਿਮਦ ਖਾਂ ਨੇ ਆਪਣੀ ਫੌਜ ਦੀ ਇਸ ਤਰ੍ਹਾਂ ਹੋਈ ਦੁਰਗਤ ਤੇ ਬੜਾ ਵੱਟ ਖਾਧਾ। ਆਪਣੇ ਭਤੀਜੇ ਮੀਰ ਅਬੁਲ ਮੁਕਾਰਮ ਦੀ ਕਮਾਨ ਹੇਠ 2000 ਸਵਾਰ ਸਿੰਘਾਂ ਵਿਰੁੱਧ ਗਸ਼ਤ ਕਰਕੇ ਉਹਨਾਂ ਨੂੰ ਮਾਰ ਮਕਾਉਣ ਜਾਂ ਫੜ ਲਿਆਉਣ ਲਈ ਭੇਜੇ। ਇਹਨਾਂ ਸਾਰਾ ਇਲਾਕਾ ਗਾਹ ਮਾਰਿਆ। ਇਹ ਫੌਜ ਜਦ ਚੱਕਰ ਲਾਉਂਦੀ ਰੋਪੜ ਲਾਗੇ ਪੁੱਜੀ ਤਾਂ ਸਿੰਘਾਂ ਨਾਲ ਟਾਕਰਾ ਹੋ ਗਿਆ, ਜਿਸ ਵਿੱਚ ਤੀਰਾਂ ਨਾਲ ਫੌਜ ਦਾ ਚੋਖਾ ਨੁਕਸਾਨ ਹੋਇਆ। ਇਸ ਘਟਨਾ ਦੀ ਖਬਰ 7 ਮਈ ਨੂੰ ਦਿੱਲੀ ਬਾਦਸ਼ਾਹ ਪਾਸ ਪੁੱਜੀ, ਜਿਸ ਵਿੱਚ ਲਿਖਿਆ ਹੋਇਆ ਹੈ ਕਿ 300 ਸਿੱਖ ਕਤਲ ਹੋਏ ਅਤੇ ਬਾਦਸ਼ਾਹੀ ਫੌਜ ਦੇ 200 ਸਵਾਰ ਅਤੇ ਪਿਆਦੇ ਅਤੇ ਕੁਝ ਬੁਰੀ ਤਰ੍ਹਾਂ ਜ਼ਖਮੀ ਹੋਏ। ਪੰਜਾਬ ਵਿੱਚ ਅਮਨ ਦਾ ਸਵਾ ਸਾਲ। ਅਕਤੂਬਰ ਸਨ 1713 ਈਸਵੀ ਤੋਂ ਫਰਵਰੀ ਸਨ 1715 ਈਸਵੀ ਤੱਕ, ਜਿੰਨਾ ਚਿਰ ਬੰਦਾ ਸਿੰਘ ਬਹਾਦਰ ਆਪਣੇ ਸਾਥੀਆਂ ਨਾਲ ਚਨਾਬ ਕੰਢੇ ਸਥਿਤ ਡੇਰਾ ਬਾਬਾ ਬੰਦਾ ਸਿੰਘ ਵਿਖੇ ਰਿਹਾ, ਪੰਜਾਬ ਵਿੱਚ ਇਹ ਸਵਾ ਕੁ ਸਾਲ ਅਮਨ ਚੈਨ ਦਾ ਸੀ। ਪੰਜਾਬ ਦੇ ਹੋਰਨਾਂ ਹਿੱਸਿਆਂ ਵਿੱਚ ਸਿੰਘਾਂ ਦੀ ਵਿਆਪਕ ਨਕਲੋ ਹਰਕਤ ਕਾਰਗੁਜ਼ਾਰੀ ਦਾ ਕੋਈ ਪੂਰਾ ਵੇਰਵਾ ਨਹੀਂ ਮਿਲਦਾ। ਇਸ ਸਮੇਂ ਮੁਗਲ ਦਰਬਾਰ ਵਿੱਚ ਪੁੱਜਣ ਵਾਲੀਆਂ ਖਬਰਾਂ ਵੀ ਕੋਈ ਖਾਸ ਸਹਾਇਤਾ ਨਹੀਂ ਕਰਦੀਆਂ। ਕਿਧਰੇ ਟਾਵਾਂ ਜ਼ਿਕਰ ਆਉਂਦਾ ਹੈ, ਜਿੱਥੋਂ ਇਹ ਸਪਸ਼ਟ ਨਹੀਂ ਹੁੰਦਾ ਕਿ ਹੋਈ ਟੱਕਰ ਵਿੱਚ ਕੌਣ ਉੱਘਾ ਸਿੱਖ ਸਰਦਾਰ ਸ਼ਾਮਲ ਸੀ। ਬਾਦਸ਼ਾਹ ਨੂੰ ਜੋ ਖਬਰਾਂ ਭੇਜੀਆਂ ਜਾਂਦੀਆਂ ਸਨ, ਉਹਨਾਂ ਵਿੱਚ ਸਿੱਖ ਸਰਦਾਰਾਂ ਦੇ ਨਾਂ ਕਿਧਰੇ ਘੱਟ ਹੀ ਆਉਂਦੇ ਹਨ। ਇਸ ਲਈ ਜਿੱਥੇ ਸਿੱਖ ਸਰਦਾਰਾਂ ਜਾਂ ਜਥਿਆਂ ਨੇ ਹੀ ਮੱਲਾਂ ਮਾਰੀਆਂ ਜਾਂ ਸ਼ਾਹੀ ਫੌਜ ਨਾਲ ਟੱਕਰਾਂ ਲਈਆਂ, ਉੱਥੇ ਬਾਦਸ਼ਾਹ ਨੂੰ ਖਬਰਾਂ ਇਸ ਤਰ੍ਹਾਂ ਗੋਲਮੋਲ ਕਰਕੇ ਭੇਜੀਆਂ ਗਈਆਂ ਹੋਈਆਂ ਹਨ ਕਿ ਉਹਨਾਂ ਵਿੱਚੋਂ ਇੰਜ ਪਾਸੇ ਕਿ ਇਸ ਵਿੱਚ ਬੰਦਾ ਸਿੰਘ ਮੌਜੂਦ ਸੀ, ਤਾਂ ਕਿ ਬਾਦਸ਼ਾਹ ਵੱਲੋਂ ਪ੍ਰਸ਼ੰਸਾ ਮਿਲ ਸਕੇ। ਇਸ ਸਵਾ ਕੁ ਸਾਲ ਦੇ ਸਮੇਂ ਦੀਆਂ ਖਬਰਾਂ ਚੋਂ ਕੋਈ ਸਚਾਈ ਲੱਭ ਸਕਣਾ ਕਾਫੀ ਮੁਸ਼ਕਲ ਹੈ। ਇਹ ਨਿੱਕੀਆਂ ਮੋਟੀਆਂ ਟੱਕਰਾਂ ਐਸੀਆਂ ਨਹੀਂ ਸਨ ਜੋ ਸਰਕਾਰ ਦੀ ਨੀਂਦ ਹਰਾਮ ਕਰ ਸਕਣ। ਗਸ਼ਤੀ ਫੌਜ ਜੋ ਅੱਗੇ ਸਿੰਘਾਂ ਦੇ ਡਰੋਂ ਉਹਨਾਂ ਦੇ ਅਸਲ ਟਿਕਾਣਿਆਂ ਵੱਲ ਮੂੰਹ ਨਹੀਂ ਸੀ ਕਰਦੀ, ਹੁਣ ਜਰਾ ਹੌਸਲੇ ਨਾਲ ਫਿਰਨ ਲੱਗੀ ਤੇ ਵਾਹੀ ਜੋਤੀ ਵਿੱਚ ਰੁੱਝੇ ਮਿਲਵਰਤਣੀਏ ਸਿੱਖਾਂ ਨੂੰ ਅਜਾਈਂ ਪਰੇਸ਼ਾਨ ਕਰਦੀ ਫਿਰਦੀ ਸੀ। ਮੁਖਬਰ ਆਪਣੀ ਹੋਂਦ ਨੂੰ ਸਰਕਾਰ ਦੀਆਂ ਨਜ਼ਰਾਂ ਵਿੱਚ ਲਾਭਦਾਇਕ ਤੇ ਸਰਕਾਰ ਦੇ ਹਿੱਤੂ ਬਣਾਈ ਰੱਖਣ ਲਈ ਗੁਰਮੁਖ ਸਿੱਖਾਂ ਦੇ ਪਰਿਵਾਰਾਂ ਨੂੰ ਤੰਗ ਕਰਦੇ ਸਨ ਤੇ ਆਪਣੀਆਂ ਨਿੱਜੀ ਕਿੜਾਂ ਵੀ ਕੱਢੀ ਜਾਂਦੇ ਸਨ। ਇਸ 15-16 ਮਹੀਨੇ ਦੇ ਸਮੇਂ ਵਿੱਚ ਪੰਜਾਬ ਅੰਦਰ ਚੁੱਪ ਚਾਂ ਰਹੀ। ਸਰਕਾਰ ਦਾ ਹੱਥ ਉੱਤੇ ਸੀ, ਪਰ ਇਹ ਅਮਨ ਦਾ ਦੌਰ ਬਹੁਤੀ ਦੇਰ ਤੱਕ ਨਾ ਚੱਲ ਸਕਿਆ। ਸਰਕਾਰ ਲਈ ਇਸ ਦਾ ਦੇਰ ਤੱਕ ਸੰਭਾਲਾ ਕਰੀ ਰੱਖਣਾ ਮੁਸ਼ਕਲ ਹੋ ਰਿਹਾ ਸੀ। ਸਨ 1714 ਈਸਵੀ ਦੇ ਆਰੰਭ ਵਿੱਚ ਬਾਦਸ਼ਾਹ ਫਰਖਸ਼ੀਅਰ ਵੱਲੋਂ ਜ਼ੈਨਦੀਨ ਅਹਿਮਦ ਖਾਨ ਦੀ ਥਾਂ ਸਰਹੰਦ ਦਾ ਫੌਜਦਾਰ ਖਿਦਮਤ ਤਲਬ ਖਾਨ ਨਿਯਤ ਕੀਤਾ ਗਿਆ ਸੀ। ਇਸ ਨੂੰ ਹੁਕਮ ਸੀ ਕਿ ਸਿੱਖਾਂ ਤੇ ਡਾਢੀ ਕਰੜੀ ਨਿਗਾਹ ਰੱਖੇ, ਜਿਸ ਪਾਸੇ ਵੀ ਸਿਰ ਝੁਕਣ ਸਖਤੀ ਨਾਲ ਦਬਾ ਦਿੱਤੇ ਜਾਣ। ਇਹ ਪਹਿਲੇ ਫੌਜਦਾਰਾਂ ਨਾਲੋਂ ਕੁਝ ਵਧੇਰੇ ਚਤੁਰ, ਸਖਤ ਸੁਭਾਅ ਤੇ ਧੁਨ ਦਾ ਪੱਕਾ ਆਦਮੀ ਸੀ। ਬਾਦਸ਼ਾਹ ਦੀ ਨਜ਼ਰ ਵਿੱਚ ਛੇਤੀ ਤੋਂ ਛੇਤੀ ਭਲ ਖੱਟਣ ਦਾ ਚਾਹਵਾਨ ਸੀ। ਇਹ ਉਹ ਜ਼ੁਲਮੀ ਦੌਰ ਸੀ ਜਿਸ ਵਿੱਚ ਪਰਜਾ ਨੂੰ ਸੁਖੀ ਰੱਖਣ ਤੇ ਹੋਰ ਤਰੱਕੀ ਦੇ ਕੰਮ ਕਰਕੇ ਇੰਨੀ ਭਲ ਨਹੀਂ ਸੀ ਮਿਲ ਸਕਦੀ, ਜਿੰਨੀ ਸਿੱਖਾਂ ਉੱਤੇ ਜ਼ੁਲਮ ਤੋੜ ਕੇ, ਉਹਨਾਂ ਨੂੰ ਘਰੋਂ ਘਾਟੋਂ ਕੱਢ ਕੇ, ਉਹਨਾਂ ਦੀ ਫਸਲ ਬਾੜੀ ਤਬਾਹ ਕਰਕੇ ਤੇ ਹੱਥ ਆਇਆਂ ਦੇ ਸਿਰ ਵੱਢ ਕੇ ਤੇ ਮੁਗਲ ਦਰਬਾਰ ਵਿੱਚ ਘਲਾ ਕੇ ਮਿਲਦੀ ਸੀ। ਇਹਦੀ ਖਾਹਿਸ਼ ਸੀ ਕਿ ਸਿੱਖ ਉਸ ਦੇ ਛੇਤੀ ਛੇਤੀ ਹੱਥੇ ਚੜ੍ਹਨ ਤੇ ਉਹ ਆਪਣੇ ਮਾਲਕ ਨੂੰ ਆਪਣੇ ਜੌਹਰ ਦਿਖਾ ਸਕੇ। ਕਈ ਵਾਰ ਸਮਾਂ ਬੜੇ ਸੋਹਣੇ ਢੋ ਟੁਕਾ ਦਿੰਦਾ ਹੈ। ਇਸ ਵੇਲੇ ਸਿੰਘ ਪਹਾੜਾਂ ਵੱਲੋਂ ਮੈਦਾਨਾਂ ਨੂੰ ਉਤਰ ਰਹੇ ਸਨ। ਇਸ ਲਈ ਨਵੇਂ ਫੌਜਦਾਰ ਨੇ ਬੜੀ ਵੱਡੀ ਨਵੀਂ ਫੌਜ ਭਰਤੀ ਕਰ ਲਈ ਤਾਂ ਕਿ ਉਹ ਸਿੰਘਾਂ ਦੇ ਪਹਾੜਾਂ ਵੱਲੋਂ ਉਤਰਨ ਦੇ ਟਿਕਾਣਿਆਂ ਦੀ ਦੇਖਭਾਲ ਕਰ ਸਕੇ ਤੇ ਉਹਨਾਂ ਨੂੰ ਉਤਰਦਿਆਂ ਨੂੰ ਹੀ ਦਬੋਚ ਲਵੇ।
ਜਾਂ ਮਗਰ ਪੈ ਕੇ ਉਹਨਾਂ ਨੂੰ ਘੇਰ ਕੇ ਮਾਰ ਮੁਕਾਏ। ਪਹਾੜਾਂ ਦੇ ਪੈਰਾਂ ਦੇ ਨਾਲ ਨਾਲ ਮੁਖਬਰਾਂ ਦਾ ਜਾਲ ਵਿਛਾ ਦਿੱਤਾ, ਜੋ ਹਰ ਕਿਸਮ ਦੀ ਹਿਲਜੁਲ ਦੀ ਫੌਜ ਨੂੰ ਸੂਹ ਦੇਣ। ਸਿੰਘ ਵੀ ਡਾਢੀ ਔਖ ਵਿੱਚ ਸਨ। ਉਹਨਾਂ ਦੇ ਕਿਲੇ ਤਾਂ ਮੁਗਲ ਸਰਕਾਰ ਦੇ ਪਹਿਲਾਂ ਹੀ ਹੱਥਾਂ ਵਿੱਚ ਆ ਚੁੱਕੇ ਸਨ। ਮੈਦਾਨਾਂ ਵਿੱਚ ਉਹਨਾਂ ਪਾਸ ਕੋਈ ਪੱਕਾ ਪ੍ਰਬੰਧ ਨਹੀਂ ਸੀ, ਜਿਸ ਆਸਰੇ ਉਹ ਕੁਝ ਸਮਾਂ ਸੌਖਾ ਗੁਜ਼ਾਰ ਸਕਣ। ਦੂਜੇ ਪਾਸੇ ਮੁਗਲ ਰਾਜ ਦੇ ਹਮਾਇਤੀ ਸਾਰੇ ਪਾਸੇ ਉਹਨਾਂ ਵਿਰੁੱਧ ਉੱਠ ਖੜੇ ਹੋਏ ਸਨ। ਇਸ ਲਈ ਸਿੰਘਾਂ ਵਾਸਤੇ ਪਹਾੜਾਂ ਨੂੰ ਛੱਡ ਕੇ ਮਾਲਵੇ, ਬੀਕਾਨੇਰ ਵੱਲ ਉਤਰ ਸਕਣਾ ਬਹੁਤ ਹੀ ਮੁਸ਼ਕਲ ਸੀ। ਇਸ ਹਾਲਤ ਵਿੱਚ ਉਹਨਾਂ ਲਈ ਮੁੜ ਪਹਾੜਾਂ ਨੂੰ ਚੜ੍ਹ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਿਹਾ ਸੀ। ਪਹਾੜੀਏ ਵੀ ਇੰਨੇ ਜੋਗੇ ਨਹੀਂ ਸਨ ਕਿ ਉਹਨਾਂ ਦੀ ਔਖੀ ਘੜੀ ਕਟਾ ਸਕਣ। ਇਹ ਲੋਕ ਪਰਲੇ ਦਰਜੇ ਦੇ ਡਰਾਕਲ ਤੇ ਆਪਣੇ ਛੋਟੇ ਜਿਹੇ ਸਵਾਰਥ ਖਾਤਰ ਵੱਡੇ ਤੋਂ ਵੱਡਾ ਧੋਖਾ ਕਰਨ ਵਾਲੇ ਤੇ ਬੇਇਤਬਾਰੇ ਲੋਕ ਸਨ। ਪਹਾੜੀਏ ਕਿਸੇ ਦੇ ਮਿੱਤ ਨਹੀਂ ਹੁੰਦੇ। ਪਹਿਲਾਂ ਕਲਗੀਧਰ ਜੀ ਨੇ ਹਿੰਦੂਆਂ ਦੀ ਰੱਖਿਆ ਤੇ ਇੱਜ਼ਤ ਆਬਰੂ ਨਾਲ ਜਿਉਣ ਦੇ ਹੱਕ ਲਈ ਸੰਘਰਸ਼ ਕੀਤਾ, ਜਿਸ ਵਿੱਚ ਬੇਗਿਣਤ ਸਿੰਘ ਤੇ ਆਪਣਾ ਸਰਬੰਸ ਹੀ ਕੁਰਬਾਨ ਕਰ ਦਿੱਤਾ। ਤੇ ਫਿਰ ਉਹਨਾਂ ਪਿੱਛੋਂ ਜਦ ਹੁਣ ਬੰਦਾ ਸਿੰਘ ਨੇ ਖਾਲਸੇ ਦੀ ਸਹਾਇਤਾ ਨਾਲ ਇਹਨਾਂ ਪਹਾੜੀਆਂ ਸਿਰੋਂ ਗੁਲਾਮੀ ਦੀ ਛੱਟ ਲਾ ਦਿੱਤੀ, ਇਹ ਪਹਾੜੀਏ ਘਟੀਆ ਫਿਤਰਤ ਕਾਰਨ ਸਿੰਘਾਂ ਦੇ ਦੋਖੀ ਹੀ ਬਣੇ ਰਹੇ। ਦਸ਼ਮੇਸ਼ ਜੀ ਦੇ ਸਮੇਂ ਅਤੇ ਹੁਣ ਵੀ ਇਹ ਦਿਲੋਂ ਮੁਗਲ ਸਰਕਾਰ ਦੇ ਹਾਮੀ ਸਨ, ਜਿਨ੍ਹਾਂ ਕਈ ਸਦੀਆਂ ਤੋਂ ਇਹਨਾਂ ਦੀਆਂ ਗਰਦਨਾਂ ਦੁਆਲੇ ਗੁਲਾਮੀ ਦਾ ਤੌਕ ਕੱਸਿਆ ਹੋਇਆ ਸੀ। ਬੁਜ਼ਦਿਲ, ਧੋਖਾਬਾਜ਼ ਤੇ ਫਿਰ ਸਦੀਆਂ ਤੋਂ ਗੁਲਾਮ, ਉਹਨਾਂ ਤੋਂ ਕਿਸੇ ਚੰਗਿਆਈ ਭਲਾਈ ਦੀ ਕੀ ਆਸ। ਸਿੰਘਾਂ ਨੇ ਆਪਣੀ ਤਾਕਤ ਨਾਲ ਇਹਨਾਂ ਨਿਘਰਿਆਂ ਹੋਇਆਂ ਵਿਚਕਾਰ ਦਿਨ ਕੱਟੀ ਕੀਤੀ। ਪਹਾੜਾਂ ਵਿੱਚ ਵੀ ਉਹ ਬਹੁਤਾ ਚਿਰ ਨਹੀਂ ਸਨ ਅਟਕ ਸਕਦੇ। ਪਹਾੜਾਂ ਵਿੱਚ ਮੈਦਾਨਾਂ ਜਿੰਨੀ ਖਾਦ ਖੁਰਾਕ ਨਹੀਂ ਹੁੰਦੀ। ਦਲਾਂ ਦੇ ਲੰਗਰ ਮੁੱਠਾਂ ਮਿਣ-ਮਿਣ ਨਹੀਂ ਚੱਲ ਸਕਦੇ। ਲੜਨ ਵਾਲੇ ਪੇੜ ਦੀ ਪੂਰਤੀ ਨਾਲ ਹੀ ਤਲਵਾਰਾਂ ਮਾਰ ਸਕਦੇ ਹਨ। ਭੁੱਖੇ ਭਗਤ ਵੀ ਮਾਲਾ ਵਗਾ ਮਾਰਦੇ ਹਨ। ਖਾਲੀ ਪੇਟ ਮੈਦਾਨ ਵਿੱਚ ਜੂਝਣਾ ਬਹੁਤ ਕਠਿਨ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਮੈਦਾਨ ਵੱਲ ਉਤਰਨਾ। ਦਰਿਆ ਮੂਹਰੇ ਬੰਨ੍ਹ ਲਾ ਕੇ ਉਸ ਦੇ ਵੇਗ ਨੂੰ ਸਦਾ ਲਈ ਠੱਲ ਸਕਣਾ ਕਤਈ ਸੰਭਵ ਨਹੀਂ ਹੈ। ਉਸ ਦਾ ਰੁਖ ਬਦਲਿਆ ਜਾ ਸਕਦਾ ਹੈ, ਨਹਿਰਾਂ ਵਿੱਚ ਤੋਰਿਆ ਜਾ ਸਕਦਾ, ਪਰ ਬੰਨ੍ਹ ਪਿੱਛੇ ਕੈਦ ਨਹੀਂ ਰੱਖਿਆ ਜਾ ਸਕਦਾ। ਹੇਠਾਂ ਨਾਕੇ ਰੋਕੀ ਬੈਠੀ ਫੌਜ ਪਹਾੜਾਂ ਵਿੱਚ ਵਿਚਰਦੇ ਸਿੰਘਾਂ ਦੇ ਵੇਗ ਨੂੰ ਬਹੁਤੀ ਦੇਰ ਤੱਕ ਠੱਲ ਨਹੀਂ ਸੀ ਪਾ ਸਕਦੀ। ਬੰਦਾ ਸਿੰਘ ਡੇਰਾ ਬਾਬਾ ਬੰਦਾ ਸਿੰਘ ਵਾਲਾ ਟਿਕਾਣਾ ਛੱਡ ਕੇ ਸੰਨ 1715 ਈਸਵੀ ਦੇ ਆਰੰਭ ਵਿੱਚ ਜੰਮੂ ਵੱਲੋਂ ਮੈਦਾਨ ਵਿੱਚ ਆ ਨਿਕਲਿਆ ਤੇ ਕਲਾਨੌਰ ਵੱਲ ਨੂੰ ਸਿੱਧਾ ਹੋ ਪਿਆ। ਸਿੰਘਾਂ ਦੇ ਚੜ੍ਹੇ ਆਉਣ ਦੀਆਂ ਖਬਰਾਂ ਅਗਲੇ ਵਾਂਢੀ ਪਹੁੰਚ ਚੁੱਕੀਆਂ ਸਨ। ਹੁਣ ਖਬਰਾਂ ਸੁਣ ਕੇ ਕਲਾਨੌਰ ਦੇ ਫੌਜਦਾਰ ਸੁਹਰਾਬ ਖਾਨ, ਉਸ ਦੇ ਕਾਨੂੰਗੋ ਸੰਤੋਖ ਰਾਏ ਅਤੇ ਕਾਨੂੰਗੋ ਦੇ ਭਰਾ ਅਨੋਖ ਰਾਏ ਆਦਿ ਨੇ ਆਪਣੀਆਂ ਫੌਜਾਂ ਤੋਂ ਬਿਨਾਂ ਝੱਟ ਆਪਣੇ ਗੁਆਂਢੀ ਪਰਗਣਿਆਂ ਚੋਂ ਤਾਇਨਾਤੀ ਕੀਤੇ ਹੋਏ ਫੌਜੀ ਦਸਤੇ, ਚੌਖੀਆਂ, ਵਾਹਰਾਂ, ਜਹਾਦੀਆਂ ਦੇ ਤੁੰਮਣ ਤੇ ਮੁਲਖਈਆਂ ਦੇ ਪਰਿਆਂ ਦੇ ਪਰੇ ਇਕੱਠੇ ਕਰ ਲਏ। ਸ਼ਹਿਰੋਂ ਅੱਗੇ ਵੱਧ ਕੇ ਪਹਾੜ ਤੇ ਚੜ੍ਹਦੇ ਪਹਾੜ ਵਾਲੇ ਪਾਸੇ, ਜਿੱਥੇ ਅਕਬਰ ਸ਼ਾਹ ਦੀ ਤਖਤ ਨਸ਼ੀਨੀ ਦੀ ਯਾਦਗਾਰ ਬਣੀ ਹੋਈ ਹੈ, ਲੜਾਕੂ ਮੁਸਲਮਾਨਾਂ ਤੇ ਹਿੰਦੂ ਵਫਾਦਾਰਾਂ ਦਾ ਸਮੁੰਦਰ ਠਾਠਾ ਮਾਰ ਰਿਹਾ ਸੀ। ਜੁਲਾਹੇ, ਅਰਾਈ, ਮੋਚੀ, ਤੇਲੀ, ਸੱਕੇ, ਗੁੱਜਰ, ਰੰਗੜ, ਬੁਰੀ ਤੇ ਉਤਰੇ ਹੋਏ ਸਨ। ਮੁਲਾਣੇ ਇਹਨਾਂ ਭੂਤਰਿਆਂ ਲੋਕਾਂ ਵਿੱਚ ਫਿਰ ਫਿਰ ਕੇ ਹੌਸਲਾ ਦੇ ਰਹੇ ਤੇ ਜੋਸ਼ ਚੜਾ ਰਹੇ ਸਨ ਕਿ ਗਾਜ਼ੀਓ, ਹੁਣ ਕਾਫਰਾਂ ਦੇ ਖਾਤਮੇ ਦੀ ਘੜੀ ਆ ਗਈ ਹੈ। ਅੱਜ ਭਲਕ ਇਸ ਅਰਜੇ ਪਾਕ ਭਾਵ ਪਵਿੱਤਰ ਧਰਤੀ ਨੂੰ ਕਾਫਰਾਂ ਦੇ ਮਨਹੂਸ ਵਜੂਦਾਂ ਤੋਂ ਪਾਕ ਕਰਕੇ ਅੱਲਾ ਮੀਆਂ ਦੀ ਖੁਸ਼ਨੂਦੀ ਦੇ ਸਵਾਬ ਹਾਸਲ ਕਰੋ। ਬਾਦਸ਼ਾਹ ਤੋਂ ਮਰਤਬੇ ਪਾਓ। ਆ ਰਹੇ ਗਿਣਤੀ ਦੇ ਕਾਫਰ ਤੁਹਾਡੇ ਇਸਲਾਮੀ ਜਲਗਾਰ ਨੂੰ ਵੇਖ ਕੇ ਹਵਾਸ ਬਾਖਤਾ ਹੋ ਜਾਣਗੇ। ਬਸ ਫਿਰ ਮੂਲੀ ਗਾਜਰ ਵਾਂਗ ਕੱਟ ਧਰਿਓ। ਸਾਰਾ ਮਾਲ ਗਨੀਮਤ ਤੁਹਾਡਾ। ਦੁਸ਼ਮਣ ਤੇ ਛਾ ਜਾਓ। ਖੁਲਦ ਨਸ਼ੀਨ ਭਾਵ ਸਵਰਗਵਾਸੀ ਬਾਦਸ਼ਾਹ ਬਹਾਦਰ ਸ਼ਾਹ ਦੀ ਰੂਹ ਨੂੰ ਬੜੀ ਭਾਰੀ ਤਸਕੀਨ ਮਿਲੇਗੀ। ਕਾਫਰਾਂ ਦਾ ਸਫਾਇਆ ਕਰਕੇ ਇਸਲਾਮ ਦਾ ਵਾਧਾ ਕਰੋ। ਮੁਲਾਣਿਆਂ ਦੇ ਨਾਲ ਨਾਲ ਗਾਜ਼ੀਆਂ ਦੇ ਡੋਲਿਆਂ ਤੇ ਈਮਾਨ ਜ਼ਾਮਨ ਬੰਨੇ
ਤਾਵੀਜ਼ ਲਿਖ ਕੇ ਦਿੱਤੇ, ਹੈਦਰੀ ਝੰਡਿਆਂ ਤੇ ਕੁਰਾਨ ਦੀਆਂ ਆਇਤਾਂ ਲਿਖੀਆਂ ਤੇ ਦੁਆਈ ਪੜ੍ਹ ਕੇ ਲਸ਼ਕਰ ਤੇ ਦਮ ਫੂਕੇ ਗਏ। ਹਰ ਤਰ੍ਹਾਂ ਭਰੋਸਾ ਦਿਵਾਇਆ ਗਿਆ ਕਿ ਅੱਲਾ ਮੀਆਂ ਦੀ ਗੈਬੀ ਤਾਕਤ ਮੋਮਨਾਂ ਦੀ ਮਦਦ ਤੇ ਹੈ। ਜਹਾਦੀ ਬੜੇ ਜੋਸ਼ੋ ਖਰੋਸ਼ ਨਾਲ ਚੜ੍ਹੇ ਆ ਰਹੇ ਕਾਫਰਾਂ ਨੂੰ ਉਡੀਕਣ ਲੱਗੇ। ਭੂਰਿਆਂ ਵਾਲੇ ਰਾਜੇ ਕੀਤੇ। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।